Hi students, my name is Lovepreet and I am Training and Placement Officer at Modern Group of Colleges, ਪੰਡੋਰੀ ਭਗਤ ਮੁਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ। ਔਰ ਜਿਹੜਾ ਸਾਡਾ ਅੱਜ ਦਾ ਲੈਕਚਰ ਹੈ ਇਹਦੇ ਵਿੱਚ ਅਸੀਂ ਪਰਸਨੈਲਿਟੀ ਦੇ ਬਾਰੇ ਗੱਲ ਕਰਾਂਗੇ ਔਰ ਇਹ 2018 ਬੈਚ ਦਾ ਜਿਹੜਾ ਨਵਾਂ ਸਿਲੇਬਸ ਹੈ BBA ਦਾ ਉਸ ਦੇ ਅਕੋਰਡਿੰਗਲੀ ਯੂਨਿਟ ਨੰਬਰ 2 ਦੇ ਵਿੱਚ ਚੈਪਟਰ ਨੰਬਰ 3 ਲਾਈ ਕਰਦਾ ਹੈ। ਔਰ ਇਸ ਦੇ ਨਾਲ ਹੀ ਅਸੀਂ ਜੋ ਵੀ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਸਿਲੇਬਸ ਹੈ ਉਸ ਦੇ ਹਿਸਾਬ ਦੇ ਨਾਲ ਹੀ ਜਿਹੜੀਆਂ ਤੁਹਾਡੇ ਵਿਚਕਾਰ ਵੀਡੀਓਜ਼ ਲੈ ਕੇ ਆ ਰਹੇ ਹਾਂ। ਔਰ ਅੱਗੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਟੌਪਿਕਸ ਕੀ ਹੈ ਸਾਡੇ ਕੋਲ ਪਰਸਨੈਲਿਟੀ ਦੇ ਰਿਲੇਟਡ, ਮੀਨਿੰਗ, ਡਿਟਰਮੀਨੈਂਟਸ ਆਫ ਪਰਸਨੈਲਿਟੀ ਐਂਡ ਪਰਸਨੈਲਿਟੀ ਟ੍ਰੇਟਸ। ਇਹਦੇ ਬਾਰੇ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਇਸ ਲੈਕਚਰ ਦੇ ਬਾਰੇ। ਵਟ ਇਜ਼ ਦਾ ਮੀਨਿੰਗ ਆਫ ਪਰਸਨੈਲਿਟੀ, ਮਤਲਬ ਪਰਸਨੈਲਿਟੀ ਦਾ ਮਤਲਬ ਕੀ ਹੈ। ਬੀਇੰਗ ਅ ਮੈਨੇਜਰ ਸਾਡੀ ਇੱਕ ਆਪਣੀ ਵੀ ਪਰਸਨੈਲਿਟੀ ਹੋਣੀ ਚਾਹੀਦੀ ਔਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕੰਮ ਕਰਨ ਵਾਲੇ ਸਾਡੇ ਵਿਅਕਤੀ ਹੈ ਉਹਨਾਂ ਦੀ ਉਸ ਜੌਬ ਦੇ ਵਾਸਤੇ ਕਿਸ ਤਰੀਕੇ ਦੇ ਫੀਚਰ ਚਾਹੀਦੇ, ਕਿਸ ਤਰੀਕੇ ਦੀ ਪਰਸਨੈਲਿਟੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਇੱਕ ਅੱਛਾ ਗੋਲ ਔਰ ਸਸਟੇਨੇਬਲ ਗਰੋਥ ਪ੍ਰੋਵਾਈਡ ਕਰ ਸਕੇ ਕੰਪਨੀ ਨੂੰ ਐਜ਼ ਪਰ ਦੀ objectives discussed under the management of that very particular organization। ਹੁਣ ਮੀਨਿੰਗ ਕੀ ਪਰਸਨੈਲਿਟੀ, ਜਿੰਨੇ ਵੀ ਅਸੀਂ ਸਬਜੈਕਟ ਬੇਸਿਕਲੀ ਪੜ੍ਹਦੇ ਪਏ ਆ BBA 'ਚ ਪੜ੍ਹਾਏ ਜਾਂਦੇ ਪਏ ਆ ਉਹ ਇਹ ਹੈ ਕਿ ਬੀਇੰਗ ਅ ਮੈਨੇਜਰ ਤੁਸੀਂ ਕਿੱਦਾਂ ਜੱਜ ਕਰਨਾ, ਇਹ ਚੀਜ਼ਾਂ ਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ। ਅਸੀਂ ਸਾਈਕੋਲੋਜੀਕਲ ਫੈਕਟਰਸ ਪੜ੍ਹੇ ਸੀਗੇ ਇੰਡੀਵਿਜੂਅਲ ਬਿਹੇਵੀਅਰ ਦੇ, ਆਹੀ ਜਿਹੜੇ ਇੰਡੀਵਿਜੂਅਲ ਬਿਹੇਵੀਅਰ ਦੇ ਬੇਸਿਕ ਇੰਟਰੋਡਕਸ਼ਨ ਵਾਲੇ ਚੈਪਟਰ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ। ਉਹਨਾਂ ਦੇ ਅੱਗੇ ਸਾਈਕੋਲੋਜੀਕਲ ਪਾਰਟਸ ਨੂੰ ਅਸੀਂ ਡਿਸਕਸ ਕਰਦੇ ਪਏ ਹਾਂ। ਕਿਤੇ ਪਰਸਨੈਲਿਟੀ ਦੀ ਗੱਲ ਆਏਗੀ, ਕਿਤੇ ਪਰਸੈਪਸ਼ਨ ਦੀ ਗੱਲ ਆਏਗੀ, ਕਿਤੇ ਐਟੀਟਿਊਡ ਦੀ ਗੱਲ ਆਏਗੀ। ਔਰ ਅਸੀਂ ਇਸ ਲੈਕਚਰ ਦੇ ਵਿੱਚ ਪਰਸਨੈਲਿਟੀ ਦੀ ਬਾਰੇ ਦੇ ਵਿੱਚ ਪੜ੍ਹਾਈ ਕਰਨੀ ਹੈ। ਔਰ ਸਭ ਤੋਂ ਨੰਬਰ 'ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੀ ਵਰਡ ਪਰਸਨੈਲਿਟੀ ਇਜ਼ ਡਰਾਈਵਡ ਫਰੋਮ ਗ੍ਰੀਕ ਵਰਡ ਪਰਸੋਨਾ ਵਿਚ ਮੀਨਸ ਟੂ ਸਪੀਕ ਥਰੂ। ਪਰਸਨੈਲਿਟੀ ਇਜ਼ ਦੀ ਕੰਬੀਨੇਸ਼ਨ ਆਫ characteristics or qualities that forms a person's unique identity. It signifies the role which a person plays in a public. Every individual has a unique personal and major determinant of his or her behavior that determines his her personality। ਅਸੀਂ ਕੇਵਲ ਕੱਪੜੇ ਪਾਉਣ ਨੂੰ, ਸੋਹਣੇ ਕੱਪੜੇ ਪਾ ਲਏ, ਤਿਆਰ ਹੋ ਕੇ ਚਲੇ ਗਏ, ਆਗੇ ਵਧੀਆ ਲਾਈਫ ਸਟਾਈਲ ਹੈ, ਇਹਨੂੰ ਅਸੀਂ ਪਰਸਨੈਲਿਟੀ ਦੇ ਪਾਰਟ ਵਿੱਚ ਤਾਂ ਇਨਕਲੂਡ ਕਰਦੇ, ਪਰ ਇਸ ਤੋਂ ਇਲਾਵਾ ਬਹੁਤ ਸਾਰੇ ਪਾਰਟਸ ਹੈ ਜਿਹੜੇ ਸਾਡੇ ਕੋਲ ਪਰਸਨੈਲਿਟੀ ਪੁਆਇੰਟ ਆਫ ਵਿਊ ਦੇ ਨਾਲ ਆਉਂਦੇ ਹੈ। ਪਹਿਲੇ ਨੰਬਰ 'ਤੇ ਕੀ ਹੈ ਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਦੂਸਰੇ ਨੰਬਰ ਦੇ ਉੱਤੇ ਕੁਝ ਡਿਸੀਜ਼ਨ ਮੇਕਿੰਗ ਦੇ ਪੈਰਾਮੀਟਰਸ ਰਹਿੰਦੇ ਹੈ, ਤੀਸਰੇ ਨੰਬਰ ਦੇ ਉੱਤੇ ਇਹ ਰਹਿੰਦਾ ਹੈ ਕਿ ਉਹਦੀਆਂ, ਜਿਵੇਂ ਅਸੀਂ ਗੱਲ ਕੀਤੀ ਕੰਬੀਨੇਸ਼ਨ ਆਫ ਕਰੈਕਟਰਿਸਟਿਕਸ ਔਰ ਕੁਆਲਿਟੀਜ਼, ਉਹਦੇ ਵਿੱਚ ਕੀ ਵੈਲਿਊਜ਼ ਹੈ, ਕਿਸ ਤਰੀਕੇ ਦੇ ਉਹਦੇ ਵਿਅਕਤੀ ਦੇ ਸੰਸਕਾਰ ਹੈ, ਕਿਹਨਾਂ ਮਾਧਿਅਮ ਦੇ ਉੱਤੇ ਕੰਮ ਕਰਦਾ, ਕਿਹੜੇ ਪੈਰਾਮੀਟਰਸ 'ਤੇ ਉਹ ਸੋਚਦਾ ਹੈ, ਕਿ ਉਹ ਇੰਟੈਲੀਜੈਂਸੀ ਦੇ ਨਾਲ ਕੰਮ ਕਰਦਾ, ਹਾਰਡ ਵਰਕਰ ਹੈ, ਸਮਾਰਟ ਵਰਕਰ ਹੈ, ਕਿਸ ਤਰੀਕੇ ਦੀ ਉਹਦੀ ਕਿਸੇ ਪਰਟੀਕੂਲਰ ਸਿਚੁਏਸ਼ਨ ਦੇ ਉੱਤੇ ਸੋਚ ਔਰ ਰਿਸਪੌਂਸ ਰਹਿੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘੁਮਾ ਫਿਰਾ ਕੇ ਮਿਲ ਜੁਲ ਕੇ ਸਾਡੇ ਵਿਚਕਾਰ ਆਉਂਦੀਆਂ, ਇੱਕ ਵਿਅਕਤੀ ਦੀ ਜੋ ਹਾਵ ਭਾਵ ਸਾਡੇ ਡਿਸੀਜ਼ਨ ਮੇਕਿੰਗ ਤੋਂ ਲੈ ਕੇ ਉਹਦੀ ਡਰੈਸਿੰਗ ਸੈਂਸ ਤੱਕ ਰਹਿੰਦਾ ਹੈ, ਉਹ ਸਾਰੀ ਜਿਹੜਾ ਹੈ ਪਾਰਟ ਆਫ ਪਰਸਨੈਲਿਟੀ ਕੰਸੀਡਰ ਹੁੰਦਾ ਹੈ। ਔਰ ਹਰ ਇੱਕ ਸਕਾਲਰਸ ਦੀ ਪਰਸਨੈਲਿਟੀ ਦੇ ਉੱਤੇ ਅਲੱਗ-ਅਲੱਗ ਜੱਜਮੈਂਟ ਹੈ, ਅਲੱਗ-ਅਲੱਗ ਪੈਰਾਮੀਟਰਸ ਹੈ, ਹਰੇਕ ਦਾ ਆਪਣਾ ਬੋਲਣ ਦਾ ਤਰੀਕਾ ਹੈ। ਔਰ ਇਹ ਕੰਸੈਪਟ ਨੂੰ ਹਰ ਇੱਕ ਫਿਲਾਸਫਰ ਨੇ ਆਪਣੇ ਹਿਸਾਬ ਦੇ ਨਾਲ ਕਿਤਾਬਾਂ ਦੇ ਵਿੱਚ ਜਸਟੀਫਾਈ ਕੀਤਾ ਹੈ। ਹੁਣ ਅੱਗੇ ਆਉਂਦਾ ਕਿ ਪਰਸਨੈਲਿਟੀ ਇਨ ਆਰਗੇਨਾਈਜੇਸ਼ਨ ਬਿਹੇਵੀਅਰ, ਅਸੀਂ ਪੜ੍ਹਦੇ ਪਏ ਹਾਂ, ਪਰਸਨੈਲਿਟੀ ਦੀ ਗੱਲ ਕਰਦੇ ਪਏ ਹਾਂ, ਔਰ ਇਹਦਾ ਆਰਗੇਨਾਈਜੇਸ਼ਨ ਬਿਹੇਵੀਅਰ ਦੇ ਨਾਲ ਕੀ ਲਿੰਕ ਹੈ ਭਾਈ। ਜਿਹੜੀਆਂ ਚੀਜ਼ਾਂ ਅਸੀਂ ਜੇ ਪੜ੍ਹਦੇ ਪਏ ਹਾਂ ਉਹਦਾ ਕੋਈ ਨਾ ਕੋਈ ਤਾਂ ਲਿੰਕ ਹੋਣਾ ਚਾਹੀਦਾ। ਅਕਸਰ ਬੱਚੇ ਇਹਨਾਂ ਚੀਜ਼ਾਂ ਦਾ ਸਵਾਲ ਕਰਦੇ ਆ ਕਿ ਸਰ ਅਸੀਂ ਫਸਟ ਤੋਂ ਲੈ ਕੇ 10th ਤੱਕ ਮੈਥ ਪੜ੍ਹਿਆ ਜਾਂ +2 ਤੱਕ ਮੈਥ ਪੜ੍ਹਿਆ, ਅੱਗੇ ਅਸੀਂ ਇੰਜੀਨੀਅਰਿੰਗ ਦੇ ਵਿੱਚ ਮੈਥ ਪੜ੍ਹਦੇ ਪਏ, ਮੈਨੇਜਮੈਂਟ 'ਚ ਪੜ੍ਹਦੇ ਪਏ ਹਾਂ, ਇਹਨਾਂ ਦਾ ਰੋਲ ਕੀ ਹੈ ਸਾਨੂੰ। ਔਰ ਇਹਨਾਂ ਦਾ ਕੋਈ ਨਾ ਕੋਈ ਬੇਸਿਕ ਰੋਲਸ ਹੈ ਜਿਹੜੇ ਬੱਚਿਆਂ ਨੂੰ ਸਮਝ ਆਉਣੇ ਬਹੁਤ ਜ਼ਰੂਰੀ ਹੈ, ਤਾਂ ਹੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਲੱਗੇਗੀ। ਔਰ ਇਸੇ ਤਰੀਕੇ ਦੇ ਨਾਲ ਹੀ ਪਰਸਨੈਲਿਟੀ ਦੀ ਆਰਗੇਨਾਈਜੇਸ਼ਨ ਬਿਹੇਵੀਅਰ ਦੀ ਕਿਉਂ ਜ਼ਰੂਰਤ ਹੈ ਉਹਦੇ ਬਾਰੇ ਦੇ ਵਿੱਚ ਅਸੀਂ ਇਸ ਸਲਾਈਡ 'ਚ ਮੈਂ ਤੁਹਾਨੂੰ ਸਮਝਾਉਣਾ। ਕਹਿੰਦੇ ਪਰਸਨੈਲਿਟੀ ਇਨ ਆਰਗੇਨਾਈਜੇਸ਼ਨ ਬਿਹੇਵੀਅਰ ਆਫ ਐਨ ਇੰਡੀਵਿਜੂਅਲ plays an extremely important role in assessing the behavior of a person of an organization। ਇੱਕ ਉਹਦੇ ਹਰ ਦੋਵਾਂ ਪੈਰਾਮੀਟਰਾਂ ਤੋਂ ਅਸੀਂ ਸਬਜੈਕਟ ਪੜ੍ਹਦੇ ਪਏ, ਇੱਕ ਤਾਂ ਸਾਡੇ ਆਪਣੇ ਉੱਤੇ ਢੁੱਕਦਾ ਤੇ ਅਸੀਂ ਇੱਕ ਬੀਇੰਗ ਅ ਮੈਨੇਜਰ ਕਿਵੇਂ ਲੋਕਾਂ ਨੂੰ ਦੇਖਣਾ ਹੈ, ਇਹ ਸਾਨੂੰ
इस सबजैक्ट दे विच और असी मैनेजमेंट जो पढ़ते हैं सोच के सानू पढ़ना चाहिए। जे असीं केवल किताबां तो रट्टे मार लए जां इंटरनैट के उत्तों रट्टे मारन के माध्यम के नाल जो असीं चीज़ां नू पढ़ते हैं तो वह मैनूं नहीं लगता कि वो किताबां तक ही सीमित रहिंदा, उहदे जिहड़े प्रैक्टिकल व्यू पॉइंट्स है वो चीज़ां दे सानू समझ नहीं लग रहे। और जिन्नियां भी स्लाइड्स है इन्हां दा मैं तुहानूं प्रैक्टिकल इन्हां दी कित्थे जरूरत पैंदी है, कित्थे साडे काम आउणगे, इस हिसाब दे नाल जिहड़ी तुहानूं है ये PPTs दे विच प्रोवाइड करवाया जा रहा। कहते इन केस ऑफ इंडिविजुअल हु इज़ होल्डिंग ए सीनियर पोजीशन इन एन ऑर्गेनाइजेशन विच इज़ हैविंग अ रॉन्ग टाइप ऑफ परसनैलिटी, कहने का मतलब है वो सोचने का जरिया हो सकता वो व्यक्ति की हायर मैनेजमेंट के नाल ना बनती हो, बॉटम मैनेजमेंट के नाल ना बनती हो, और बीइंग अ बॉस वो अपने जोड़े काम करन वाले वो थले कामे है या जो शॉप फ्लोर के उत्ते काम करते हैं उन्होंने नाल ना बनती हो, तो वो नाल की होएगा कि इट मेक्स अ बैड इंपैक्ट ऑन रिलेशनशिप एंड अल्टीमेटली मे लीड्स टू प्रोसेस एंड अनरेस्ट ऑल दी वर्क प्लेस। ਉਹਦੀ ਵਜ੍ਹਾ ਦੇ ਨਾਲ ਸਾਰੇ ਸਿਸਟਮ ਦੇ ਵਿੱਚ ਅਸ਼ਾਂਤੀ ਪੈਦਾ ਹੋਏਗੀ, ਅਨਰੈਸਟ ਆਏਗੀ, ਸਾਡੇ ਕੋਲ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਬਿਲਡਿੰਗ ਦੇ ਵਿੱਚ ਕਮੀ ਆਏਗੀ, ਕਿਉਂਕਿ ਕਿਤੇ ਨਾ ਕਿਤੇ ਬੀਇੰਗ ਅ ਮੈਨੇਜਰ ਅਸੀਂ ਇੱਕ ਸੈਂਡਵਿਚ ਦੀ ਤਰ੍ਹਾਂ ਹਾਂ ਔਰ ਸਾਨੂੰ ਉੱਪਰਲੀ ਲੇਅਰ ਦੇ ਨਾਲ ਵੀ ਉਨਾ ਹੀ ਕੋਆਰਡੀਨੇਸ਼ਨ ਬਣਾਉਣੇ ਪੈਣਾ ਔਰ ਨੀਚੇ ਵਾਲੀ ਲੇਅਰ ਦੇ ਨਾਲ ਵੀ ਉਨਾ ਕੋਆਰਡੀਨੇਸ਼ਨ ਬਣਾਉਣੇ ਪੈਣਾ, ਤਾਂ ਹੀ ਅਸੀਂ ਇੱਕ ਆਰਗੇਨਾਈਜੇਸ਼ਨ ਦੇ ਗੋਲਜ਼ ਰੂਪੀ ਗੱਡੀ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਹਾਂ। ਔਰ ਬੀਇੰਗ ਅ ਆਰਗੇਨਾਈਜੇਸ਼ਨ ਬਿਹੇਵੀਅਰ ਦਾ ਸਬਜੈਕਟ ਪੜ੍ਹਦੇ ਸਾਡੇ ਕੋਲ परसनैलिटी की परिभाषा नूं कित्थे असीं वरतना, किवें असीं जज करना, इहदे बारे च सानूं पता होना चाहिए। हुण साडे कोल डिटरमिनेंट्स ऑफ परसनैलिटी बनती कित्थों है? ये कोई इदां दा है नहीं भी असीं दुकान के उत्तों कोई चीज़ खरीदी है 10 रुपए की आई है, 50 रुपए की आई है और 100 रुपए की आई, जिद्दां साडे कोल बेसिक कंसैप्ट रहिंदा कि क्वालिटी कम्स विद प्राइस। एक चीज़ साडे कोल पैन है, एक 2 रुपए का भी होएगा, 10 रुपए का भी होएगा, 15 का भी मिलता, 50 का भी मिलता, 550 का भी मिलता, जिवें टॉप ब्रांड्स असीं पार्कर की गल करिए तो वो इस तरीके दे नाल ही साडे कोल जिहड़ी परसनैलिटी का पार्ट है वो साडे कोल बाय बर्थ उहदी ग्रूमिंग और ग्रोथ होनी शुरू हो जाती है। ज्यों-ज्यों बच्चों के संस्कारां दे उत्ते माता पिता के विचार बैठते हैं उस दे नाल उन्होंने सोसाइटी दे विच सीखण दे लई की मिलता, उहदे फैमिली फैक्टर की है, उहदे बायोलॉजिकल फैक्टर की है, उहदे सोशल फैक्टर की है, उहदे कल्चरल फैक्टर की सिखाते हैं उन्होंने, ये सारिया चीज़ां एक परसनैलिटी नूं निखार के लैके आंदियां और एक व्यक्ति की जिहड़ी परसनैलिटी है इन्हां चारां चीज़ां दे उत्ते बहुत ज़्यादा मैटर और रोल अदा कर रही है। और जिहड़े सोशल फैक्टर्स है ये सारी जिंदगी नाल चलन वाले रहिंदे हैं और कल्चरल फैक्टर है और सोशल फैक्टर जिहड़े है ये किते ना किते चेंज होंदे रहिंदे हैं। हुण जिवें साडे कोल बायोलॉजिकल फैक्टर की गल करिए, फिजिकल फीचर है, जे किसी की हाइट 6 फुट 2 इंच है इट रिमेन्स सेम फॉर होल ऑफ इट्स लाइफ, उहदा ब्रेन उहदे सोचण दा शक्ति उहदे काम करन दा तरीका वो एक्सपीरियंस दे नाल तां चेंज होएगा, बट जे असीं फिजिकल स्टैंडर्ड्स की गल करिए तो उहदे कोलों उही मैटर रहणगे, उहदा कलर उहदा ब्लड ग्रुप जिन्हां दी असीं गल करदे हां। फिर अगे आइंदे कल्चरल फैक्टर्स, ट्रेडिशनल प्रैक्टिसिस, नॉर्म्स, कस्टमर्स, प्रोसीजर्स, रूल्स एंड रेगूलेशनस एंड वैल्यूज़ साडे सिद्धांत साडे जिहड़े कल्चरल वैल्यूज़ है, साडा समाज है, असीं इंडियन कल्चर नूं जे बिलोंग करते हैं तो साडे समाज का यह सिद्धांत है कि हर किसी व्यक्ति नूं एक प्राहुणे नूं परमात्मा का रूप मनना। असीं गल करदे हां अतिथि देवो भव, भी एक जिहड़ा साडे घर प्राहुणा आया, किसी बाहरले व्यक्ति आए है तो वह साडे वास्ते परमात्मा का रूप है, मेहमान है। और इस तरीके के कल्चरल फैक्टर्स साडे वास्ते बहुत इंपॉर्टेंट रोल अदा करते हैं। साडे देश दे विच हैल्पिंग नेचर के हिसाब के नाल जेकर किसी होरना मुल्कों के उत्ते भी आफत आती है और पिछले आज़ादी तो लैके हुण तक भी वो मदद दिंदा आया है, ये साडे कल्चरल फैक्टर्स आ। और साडे बीइंग अ ह्यूमन जिथे भी असीं जांदे हैं कि असी चाहे फॉरन दे विच काम करिए जाके जां असी किसी भी नेशन दे विच काम करते हैं, वो साडे कल्चरल फैक्टर बहुत ज़्यादा मैटर करते हैं कि ये किस कंट्री नूं बिलोंग करदा और इहदा एक सोचण दा जरिया की है और दूसरे लोगों ने इंडियंस लोगों के पिछे की परसैप्शन है, वो सारिया चीज़ां आइडेंटिफाई करवाती हैं। फैमिली फैक्टर्स भी बहुत बड़ा रोल अदा करते, क्योंकि इस बचपन के देखा कि जो असीं जॉइंट फैमिलीज़ दे विच रहिंदे हैं या अपने परिवार दे विच रहिंदे हैं, साडा अपने माता पिता के कहना मनण दे नाल एक हैबिचुअल आदतां हो जांदियां। असीं किस तरीके दे नाल माता पिता का कहना मनदे हैं, किस तरीके दे नाल असीं अपने रिश्तेदारां दे नाल विचरदे हैं और किवें साडे कोल एक कोई टास्क दित्ती जांदी है जां जिम्मेवारी साडे कोल परिवार दे वल्लों दित्ती जांदी है, असीं उहनूं किस तरीके दे नाल निभांदे हैं। ये सारियां रिस्पोंसिबिलिटी टुवार्ड्स फैमिली, सोसाइटी एंड रियल लाइफ इत्थों कट्टिया गया सी, इहदे विच ये आना कि सोसाइटी एंड रियल लाइफ
कि फैमिली फैक्टर्स ਸਾਡੇ ਕੋਲ ਅਸੀਂ ਰੀਅਲ ਲਾਈਫ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਈ ਵਿਅਕਤੀ ਹੈ ਕਿ ਕੇਵਲ ਆਪਣੀ ਬਿਜ਼ਨਸ ਨੂੰ ਇੰਪੋਰਟੈਂਸ ਦਿੰਦੇ ਆ, ਉਹ ਫੈਮਲੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦੇ। ਕੇਵਲ ਇੱਕ ਵਿਅਕਤੀ ਦੀ ਜੌਬ ਹੀ ਉਹਦੇ ਵਾਸਤੇ ਫੈਮਲੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਉਹਦੀ ਫੈਮਲੀ ਦੇ ਵਿੱਚੋਂ ਹੀ ਮਿਲੀਆਂ ਹੋਈਆਂ ਹੈ ਔਰ ਉਹ ਸਾਰੀਆਂ ਚੀਜ਼ਾਂ ਉਹਦੇ ਬਾਇਓਲੋਜੀਕਲ ਫੈਕਟਰ ਦੇ ਉੱਤੇ ਵੀ ਡਿਪੈਂਡ ਕਰਦੀਆਂ। ਉਸ ਤੋਂ ਬਾਅਦ ਵਿੱਚ ਆਉਂਦਾ ਸੋਸ਼ਲ ਫੈਕਟਰ, ਔਰ ਇਹਦੇ ਨਾਲ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਕੋਰ ਲਿੰਕਡ ਹੈ। ਜਿੰਨੀਆਂ ਵੀ ਚੀਜ਼ਾਂ ਅਸੀਂ ਪੜ੍ਹਦੇ ਪਏ ਇਹ ਸਾਰੀਆਂ ਇੱਕ ਦੂਜੇ ਦੇ ਨਾਲ ਮਿਲਦੀਆਂ ਜੁਲਦੀਆਂ। ਸੋਸ਼ਲ ਫੈਕਟਰਸ, ਸੋਸ਼ਲ ਫੈਕਟਰ ਕੀ ਹੈ ਕਿ ਅਸੀਂ ਸੋਸਾਇਟੀ ਦੇ ਨਾਲ ਕਿਵੇਂ ਵਿਚਰਦੇ ਹਾਂ, ਸਮਾਜ ਦੇ ਨਾਲ ਸਾਡਾ ਕਿਸ ਤਰੀਕੇ ਦਾ ਵਿਵਹਾਰ ਹੈ। ਉਹ ਇਹ ਹੈ ਕਿ ਰਿਲੇਸ਼ਨਸ਼ਿਪਸ ਹੈ, ਕੋਆਰਡੀਨੇਸ਼ਨ ਕਿਸ ਤਰੀਕੇ ਦਾ, ਇੰਟਰੈਕਸ਼ਨ ਕਿੱਦਾਂ ਦੀ, ਇਨਵਾਇਰਨਮੈਂਟ ਇਨ ਫੈਮਿਲੀ ਫੈਮਿਲੀ ਔਰਗੇਨਾਈਜੇਸ਼ਨ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਬਿਹੇਵ ਕਰਦੇ ਹਾਂ, ਵਰਕ ਪਲੇਸਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਿਹੇਵ ਕਰਦੇ, ਕਿ ਅਸੀਂ ਸਾਰਿਆਂ ਦੇ ਨਾਲ ਚੱਲਦੇ ਬੀਇੰਗ ਅ ਟੀਮ ਵਰਕ ਕਰਦੇ ਹਾਂ ਜਾਂ ਬੀਇੰਗ ਅ ਟੀਮ ਲੀਡਰ ਬਣ ਕੇ ਕਰਦੇ ਹਾਂ, ਸਾਰਿਆਂ ਦੀ ਹੌਸਲਾ ਅਫਜ਼ਾਈ ਕਰਦੇ ਕਿ ਸਾਰਿਆਂ ਨੂੰ ਅਸੀਂ ਪਿੱਛੇ ਬੈਕਫੁੱਟ ਕਰਦੇ ਹਾਂ ਕਿ ਨਹੀਂ ਯਾਰ ਤੂੰ ਨਹੀਂ ਜਾਣਾ। ਇਸ ਤਰੀਕੇ ਦੇ ਸਾਡੇ ਕੋਲ ਬੜੇ ਸਾਰੇ ਫੈਕਟਰਸ ਰਹਿੰਦੇ ਆ ਜਿਹੜੇ ਇੱਕ ਵਿਅਕਤੀ ਦੀ ਪਰਸਨੈਲਿਟੀ ਲੈ ਕੇ ਆਉਂਦੇ ਆ। ਔਰ ਬੀਇੰਗ ਅ ਮੈਨੇਜਰ ਸਾਨੂੰ ਪਰਸਨੈਲਿਟੀ ਦੇ ਇਹ ਸਾਰੇ ਡੋਮੇਨਸ ਪਤਾ ਹੋਣੇ ਚਾਹੀਦੇ ਆ ਔਰ ਇਸ ਦੇ ਨਾਲ ਅਸੀਂ ਜੱਜ ਕਰ ਸਕਦੇ ਹਾਂ ਕਿ ਉਹ ਵਿਅਕਤੀ ਦੀ ਇੱਕ ਪਰਟੀਕੂਲਰ ਪਰਸਨੈਲਿਟੀ ਕਿਸ ਤਰੀਕੇ ਦੀ ਹੋਏਗੀ ਔਰ ਜਦੋਂ ਅਸੀਂ ਇਹਨੂੰ ਕੋਈ ਟਾਸਕ ਦੇਣੀ ਹੈ ਇਹ ਕਿੰਨੀ ਵਧੀਆ ਤਰੀਕੇ ਦੇ ਨਾਲ ਉਸ ਟਾਸਕ ਨੂੰ ਜਿਹੜਾ ਕੰਪਾਈਲ ਕਰ ਸਕਦਾ। ਅੱਗੇ ਆਉਂਦੇ ਸਾਡੇ ਕੋਲ ਪਰਸਨੈਲਿਟੀ ਥ੍ਰੇਟਸ, ਕਿ ਸਾਡੇ ਕੋਲ 5 ਫੈਕਟਰਸ ਥਿਊਰੀ ਵੀ ਹੈ ਕਿ ਅਸੀਂ ਕਿਸੇ ਵੇਲੇ ਪਰਸਨੈਲਿਟੀ ਦੇ ਵਿੱਚ ਧੋਖਾ ਕਿਸ ਤਰੀਕੇ ਦੇ ਨਾਲ ਖਾਂਦੇ ਹਾਂ, ਕਿ ਅਸੀਂ ਪਰਸਨੈਲਿਟੀ ਨੂੰ ਜੱਜਮੈਂਟ ਦੇ ਵੇਲੇ ਕਿਸ ਤਰੀਕੇ ਦੇ ਨਾਲ ਅਸੀਂ ਦੇਖਣਾ। ਇਹ ਸਾਰੇ ਜਿਹੜੇ ਫੈਕਟਰਸ ਹੈਗੇ ਪਰਸਨੈਲਿਟੀ ਥ੍ਰੇਟਸ ਦੇ ਉਹ ਅਸੀਂ ਗੱਲ ਕਰਾਂਗੇ ਇਸ ਸਲਾਈਡ ਦੇ ਵਿੱਚ। ਇਮੋਸ਼ਨਲ ਸਟੇਬਿਲਿਟੀ, ਇਟ ਰੈਫਰਸ ਟੂ ਅ ਪਰਸਨ ਐਬਿਲਿਟੀ ਟੂ ਰਿਮੇਨ ਸਟੇਬਲ ਐਂਡ ਬੈਲੈਂਸਡ। ਹਾਂ, ਕਿਸੇ ਵੇਲੇ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਹੋ ਸਕਦਾ ਕਿ ਕੋਈ ਸਾਹਮਣੇ ਵਾਲਾ ਬੰਦਾ ਸਾਡੇ ਸਾਹਮਣੇ ਝੂਠ ਬੋਲਦਾ ਹੋਵੇ ਤਾਂ ਅਸੀਂ ਇਮੋਸ਼ਨਲ ਹੋ ਕੇ ਕੋਈ ਗਲਤ ਰਾਏ ਲੈ ਲਈਏ, ਕੋਈ ਗਲਤ ਡਿਸੀਜ਼ਨ ਦੇ ਦਈਏ, ਜਾਂ ਹੋ ਸਕਦਾ ਕਿ ਉਹਦੇ ਨਾਲ ਸਾਡੀ ਆਰਗੇਨਾਈਜੇਸ਼ਨ ਦਾ ਨੁਕਸਾਨ ਹੋਵੇ, ਸਾਡਾ ਆਪਣਾ ਨੁਕਸਾਨ ਹੋਵੇ। ਉਸ ਤੋਂ ਬਾਅਦ ਇਹਦਾ ਐਕਸਟਰਾਵਰਜਨ, ਇਟ ਇਜ਼ ਡਿਫਾਈਨਡ ਐਜ਼ ਦ ਬਿਹੇਵੀਅਰ ਵੇਅਰ ਸਮਵਨ ਇੰਜੋਏ ਬੀਇੰਗ ਅਰਾਊਂਡ ਪੀਪਲ ਮੋਰ ਦੈਨ ਬੀਇੰਗ ਅਲੋਨ। ਅਸੀਂ ਦੇਖਦੇ ਕਈ ਬੰਦੇ ਇਕੱਲੇ ਰਹਿਣਾ ਪਸੰਦ ਨਹੀਂ ਕਰਦੇ, ਉਹ ਜਿਸ ਵੀ ਗਰੁੱਪ ਦੇ ਵਿੱਚ ਜਾਂਦੇ ਆ ਉਸ ਗਰੁੱਪ ਦੇ ਵਿੱਚ ਘੁਲ ਮਿਲ ਜਾਂਦੇ ਔਰ ਉਹਨਾਂ ਨੂੰ ਗਰੁੱਪ ਨੂੰ ਮਨੋਰੰਜਨ ਦਾ ਇੱਕ ਸਾਧਨ ਬਣਾ ਦਿੰਦੇ ਆ। ਐਨ ਐਗਜ਼ਾਮਪਲ ਆਫ ਐਕਸਟਰਾਵਰਜਨ ਇਜ਼ ਵੈਨ ਸਮਵਨ always like to be around a people and enjoys being the center of attraction। ਦੇਖਦੇ ਅਸੀਂ ਕਲਾਸ ਦੇ ਵਿੱਚ ਵੀ ਕੋਈ ਇਸ ਤਰੀਕੇ ਦਾ ਬੱਚਾ ਹੁੰਦਾ ਜਿਹੜਾ ਬੀਇੰਗ ਅ ਸੈਂਟਰ ਆਫ ਅਟਰੈਕਸ਼ਨ ਕੰਮ ਕਰਦਾ, ਹਰ ਇੱਕ ਟੀਚਰ ਦਾ ਵੀ ਫੇਵਰੇਟ ਹੋ ਸਕਦਾ, ਉਹ ਪੜ੍ਹਾਈ ਦੇ ਪੱਖ ਤੋਂ ਵੀ ਸਹੀ ਹੋ ਸਕਦਾ ਔਰ ਸ਼ਰਾਰਤਾਂ ਦੇ ਪੱਖ ਦੇ ਵਿੱਚੋਂ ਵੀ ਹੋ ਸਕਦਾ ਹੈ, ਔਰ ਨਾਲ ਦੇ ਨਾਲ ਆਪਣੀ ਕਲਾਸ ਦੇ ਵਿੱਚ ਵੀ ਕੋਈ ਕੰਮ ਹੁੰਦਾ ਤਾਂ ਸਭ ਤੋਂ ਅੱਗੇ ਪਾਰਟੀਸਪੇਟ ਵੀ ਉਹ ਕਰਦਾ ਔਰ ਸੈਂਟਰ ਆਫ ਅਟਰੈਕਸ਼ਨ ਅਸੀਂ ਇਹਨਾਂ ਦਾ। ਓਪਨਨੈਸ ਕੀ ਹੈ ਕਿ ਇੱਕ ਓਪਨਨੈਸ ਹੈ, ਇੱਕ ਰਿਜ਼ਰਵਨੈਸ ਹੈ, ਕਿ ਇੱਕ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਹਾਂ, ਕੋਈ ਆਪਣੇ ਵਿਚਾਰ ਬਾਹਰ ਨਹੀਂ ਰੱਖਦੇ, ਅੰਦਰ ਅੰਦਰ ਕੇਵਲ ਇਕੱਲੇ ਰਹਿਣਾ ਸੋਚਣਾ, ਉਹ ਇੱਕ ਹੋਰ ਵਿਸ਼ੇ। ਪਰ ਓਪਨਨੈਸ ਇਹ ਹੈ ਕਿ ਇਟ ਇਜ਼ ਏ ਵਨ ਆਫ ਦੀ 5 ਪਰਸਨੈਲਿਟੀ ਥ੍ਰੇਟਸ ਆਫ ਬਿਗ 5 ਪਰਸਨੈਲਿਟੀ ਥਿਊਰੀ, ਜਿਹੜੀ ਮੈਂ ਤੁਹਾਨੂੰ ਗੱਲ ਕਰਦੇ ਪਏ 5 ਫੈਕਟਰਸ ਦੀ ਥਿਊਰੀ ਹੈ। ਇਟ ਇੰਡੀਕੇਟਸ ਹਾਊ ਓਪਨ ਮਾਈਂਡਡ ਦੀ ਪਰਸਨ ਇਜ਼, ਕਿਸੇ ਨੂੰ ਕੋਈ ਝਿਜਕ ਨਹੀਂ ਹੁੰਦੀ, ਹਰ ਪ੍ਰਕਾਰ ਦੀ ਗੱਲ ਕਰ ਲੈਣੀ, ਪਰਿਵਾਰ ਦੀ ਗੱਲ ਆਪਣੇ ਦੋਸਤਾਂ ਦੇ ਵਿੱਚ ਸਾਂਝੀ ਕਰ ਲੈਣੀ, ਟੀਚਰਾਂ ਦੇ ਨਾਲ ਕਰ ਲੈਣੀ। ਅਸੀਂ ਓਪਨਨੈਸ ਕਿੱਦਾਂ ਦੇ, ਇਹ ਵੀ ਇੱਕ ਪਰਸਨੈਲਿਟੀ ਦਾ ਥ੍ਰੈਟ ਵੀ ਹੈ ਔਰ ਅਸੀਂ ਇਹਨੂੰ ਕਿੱਥੇ ਤੱਕ ਸੀਮਿਤ ਕਰਨਾ, ਉਹ ਸਾਰੇ ਇਹਦੇ ਜਿੰਨੇ ਵੀ ਅਸੀਂ ਫੈਕਟਰਸ ਪੜ੍ਹਨੇ ਆ ਇਹ ਕਿੱਥੇ ਤੱਕ ਸੀਮਿਤ ਰੱਖਣੇ, ਉਹ ਮੈਂ ਤੁਹਾਨੂੰ ਅਗਲੀ ਸਲਾਈਡ ਦੇ ਵਿੱਚ ਇਹਦੀ ਜਾਣਕਾਰੀ ਦੇਣੀ ਹੈ। ਐਗਰੀਬਿਲਨੈਸ is a personality trait misfencing itself in individual behavior characteristics that can be prescribed as a kind, sympathetic, cooperative, teamwork and considerate। ਕਿ ਅਸੀਂ ਕਿੰਨੀ ਸਿੰਪੈਥੀ ਹੈ, ਕਿੰਨੇ ਅਸੀਂ ਦਇਆਵਾਨ ਹਾਂ, ਇਹ ਉਹ ਫੈਕਟਰ ਆਉਂਦਾ। Conscientious is a personality trait of being careful or a diligent। ਔਰ ਇਹ ਜਿਹੜਾ ਥ੍ਰੈਟ ਹੈ ਉਹ ਅਸੀਂ ਕੇਅਰਫੁਲ ਔਰ ਡੈਲੀਗੈਂਟ ਦੇ ਨਾਲ ਸੰਬੰਧਿਤ ਹੈ, ਕਿ ਅਸੀਂ ਕਿੰਨੇ ਕੇਅਰਫੁਲ ਹਾਂ, ਕਿੰਨਾ ਅਸੀਂ ਕਿਸੇ ਦਾ ਧਿਆਨ ਰੱਖਣ ਵਾਲੇ ਹਾਂ। ਇਹ ਸਾਰੇ ਜਿਹੜੇ ਫੈਕਟਰਸ ਹੈ ਕਿਤੇ ਨਾ ਕਿਤੇ ਜੇ ਅਸੀਂ ਓਵਰ ਦੇ ਵਿੱਚ ਲੈ ਜਾਈਏ, ਹਰ ਇੱਕ ਦਾ ਧਿਆਨ ਰੱਖੀ ਜਾਈਏ, ਤਾਂ ਸਾਨੂੰ ਵਿਅਕਤੀ ਸੋਚਦਾ ਕਿ ਜੀ ਇਹਦੇ ਕੋਈ ਮਤਲਬ ਹੈ, ਇਹਨੂੰ ਸਾਡੇ ਨਾਲ ਕੋਈ ਨਾ ਕੋਈ ਜ਼ਰੂਰਤ ਹੈ ਤਾਂ ਹੀ ਸਾਡਾ ਇੰਨਾ ਧਿਆਨ ਰੱਖਿਆ ਜਾ ਰਿਹਾ। ਔਰ ਇਹਨਾਂ ਫੈਕਟਰਸ ਨੂੰ ਪਰਸਨੈਲਿਟੀ ਦੇ ਨੂੰ ਅਸੀਂ ਕਿੱਥੇ ਕੁ ਤੱਕ ਬਣਾ ਕੇ ਰੱਖਣਾ ਬੀਇੰਗ ਅ ਮੈਨੇਜਰ ਔਰ ਬੀਇੰਗ ਅ ਕਾਮਨ ਮੈਨ, ਉਹ ਤੁਹਾਨੂੰ ਮੈਂ ਅਗਲੀ ਸਲਾਈਡ ਦੇ ਵਿੱਚ ਜਾਣਕਾਰੀ ਦੇਣਾ। ਆ ਜਿਹੜਾ ਮੈਂ ਬੇਸਿਕ ਤੁਹਾਡੇ ਕੋਲ ਆਰਗੇਨਾਈਜੇਸ਼ਨ ਬਿਹੇਵੀਅਰ ਦੀ ਇੱਕ ਪੀਅਰਸਨ ਦੀ ਕਿਤਾਬ ਹੈ, ਉਹਦੇ ਵਿੱਚੋਂ ਮੈਂ ਜਿਹੜੀ ਸਨੈਪ ਖਿੱਚ ਕੇ ਤੁਹਾਡੇ ਕੋਲ ਇੱਥੇ ਲਗਾਈ ਹੈ, ਇਹ ਸਾਡੇ ਕੋਲ ਜ਼ਰੂਰੀ ਹੈ। ਪਹਿਲੇ ਨੰਬਰ 'ਤੇ ਅਸੀਂ ਲਈਏ ਇਮੋਸ਼ਨਲ ਸਟੇਬਿਲਿਟੀ, ਲੈਸ ਨੈਗੇਟਿਵ ਥਿੰਕਿੰਗ ਐਂਡ ਫਿਊਰ ਨੈਗੇਟਿਵ ਇਮੋਸ਼ਨ ਐਂਡ ਲੈਸ ਹਾਈਪਰ ਵਿਲੀਗੈਂਟ। ਮੀਨਸ ਕਿ ਰੈਲੀਵੈਂਟ ਕਿੱਥੇ ਦੇ, ਕਿ ਜਿੰਨਾ ਕੁ ਅਸੀਂ ਘੱਟ ਨੈਗੇਟਿਵ ਵੀ ਘੱਟ ਹੋਣੀ ਚਾਹੀਦੀ ਸਾਡੇ ਕੋਲ ਥਿੰਕਿੰਗ, ਔਰ ਨੈਗੇਟਿਵ ਇਮੋਸ਼ਨਸ ਵੀ ਸਾਡੇ ਕੋਲ ਘੱਟ ਹੋਣੇ ਚਾਹੀਦੇ। ਔਰ ਇਹਦਾ ਸਾਨੂੰ ਕਿਵੇਂ
ਅਫੈਕਟ ਕਰਦਾ ਹੈ ਕਿ ਹਾਇਰ ਜੋਬ ਐਂਡ ਲਾਈਫ ਸੈਟਿਸਫੈਕਸ਼ਨ, ਲੋਅਰ ਸਟ੍ਰੈਸ ਲੈਵਲ। ਸਾਨੂੰ ਫਾਇਦਾ ਇਸ ਚੀਜ਼ ਦੇ ਨਾਲ ਹੋਣਾ ਹੈ ਵੀ ਸਾਨੂੰ ਆਹ ਜਿਹੜਾ ਓਵਰਆਲ ਆਊਟਕਮ ਨਿਕਲ ਕੇ ਆਉਣਾ ਜੇ ਅਸੀਂ ਇਸ ਤਰੀਕੇ ਦੇ ਨਾਲ ਰੈਲੀਵੈਂਸੀ ਨਾਲ ਕੰਮ ਕਰਾਂਗੇ ਔਰ ਇਹਨਾਂ ਇਮੋਸ਼ਨਸ ਦੇ ਉੱਤੇ ਕੰਮ ਕਰਾਂਗੇ। ਐਕਸਟਰਾਵਰਜਨ, ਬੈਟਰ ਇੰਟਰਪਰਸਨਲ ਸਕਿੱਲਸ, ਗ੍ਰੇਟਰ ਸੋਸ਼ਲ ਡੋਮੀਨੈਂਸ, ਮੋਰ ਇਮੋਸ਼ਨਲੀ ਐਕਸਪ੍ਰੈਸਿਵ। ਮੀਨਸ ਕਿ ਇਹਦੇ ਨਾਲ ਕੀ ਹੈ ਕਿ ਅਸੀਂ ਇੱਥੇ ਤੱਕ ਰੱਖਣਾ ਹੈ ਕਿ ਇੱਕ ਇੰਟਰਪਰਸਨਲ ਸਕਿੱਲਸ ਸਾਡੇ ਕੋਲ ਅੱਛੇ ਹੋਣ ਇਹਦੇ ਨਾਲ, ਔਰ ਉਸ ਦੇ ਨਾਲ ਗ੍ਰੇਟਰ ਸੋਸ਼ਲ ਡੋਮੀਨੈਂਸ ਵੀ ਹੋਣੀ ਚਾਹੀਦੀ ਸਮਾਜ ਦੇ ਵਿੱਚ, ਜਾਂ ਸਾਡੇ ਟੀਮ ਵਾਲੇ ਸਾਡਾ ਕਹਿਣਾ ਮੰਨਣ ਵਾਲੇ ਵੀ ਹੋਣੇ ਚਾਹੀਦੇ, ਔਰ ਇਮੋਸ਼ਨਲੀ ਐਕਸਪ੍ਰੈਸਿਵ ਵੀ ਹੋਣਾ ਚਾਹੀਦਾ ਕਿ ਜਿਹੜੇ ਸਾਡੇ ਇਮੋਸ਼ਨਸ ਹੈ ਉਹ ਜੇ ਅਸੀਂ ਹੱਸੀ ਵਾਲਾ ਸਾਡਾ ਚਿਹਰਾ ਹੈ ਤਾਂ ਉਹਦਾ ਪ੍ਰਭਾਵ ਹੋਰ ਹੋਣਾ ਚਾਹੀਦਾ। ਜੇ ਕਿਤੇ ਅਸੀਂ ਪਰੇਸ਼ਾਨ ਹੈ ਜਾਂ ਨਾਰਾਜ਼ ਹੈ ਜਾਂ ਮਨ ਦੁਖੀ ਹੈ ਤਾਂ ਉਹ ਵੀ ਸਾਡਾ ਜਿਹੜਾ ਇਮੋਸ਼ਨ ਹੈ ਸਾਡੀ ਟੀਮ ਤੱਕ ਪਹੁੰਚਣਾ ਚਾਹੀਦਾ। ਔਰ ਇਹਦੇ ਨਾਲ ਕੀ ਹੋਏਗੀ, ਹਾਇਰ ਪਰਫੋਰਮੈਂਸ ਆਏਗੀ, ਇਨਹਾਂਸਡ ਲੀਡਰਸ਼ਿਪ, ਹਾਇਰ ਜੋਬ ਐਂਡ ਲਾਈਫ ਸੈਟਿਸਫੈਕਸ਼ਨ। ਅਸੀਂ ਕੇਵਲ ਤੇ ਕੇਵਲ ਲਾਈਫ ਸੈਟਿਸਫੈਕਸ਼ਨ ਦੇ ਨਾਲ ਨਾਲ ਇੱਕ ਆਪਣੀ ਇਨਰ ਸੈਟਿਸਫੈਕਸ਼ਨ ਔਰ ਨਾਲ ਜੋਬ ਸੈਟਿਸਫੈਕਸ਼ਨ, ਇਹ ਤਿੰਨ ਚੀਜ਼ਾਂ ਦੀ ਬਹੁਤ ਵੱਡੀ ਜ਼ਰੂਰਤ ਆ। ਔਰ ਇਹਦੇ ਨਾਲ ਜੇ ਅਸੀਂ ਕਿਤੇ ਨਾ ਕਿਤੇ ਪ੍ਰੋਬਲਮ ਦੇ ਵਿੱਚ ਆਉਂਦੇ ਹਾਂ ਤਾਂ ਸਾਡੇ ਹੈਲਥ ਇਸ਼ੂਜ਼ ਬਹੁਤ ਨਿਕਲ ਕੇ ਆਉਣੇ ਸ਼ੁਰੂ ਹੋ ਜਾਂਦੇ ਆ। ਉੱਤੇ ਆਉਂਦੇ ਓਪਨਨੈਸ। ਕੀ ਹੈ ਕਿ ਜਦੋਂ ਅਸੀਂ ਓਪਨ ਹੁੰਦੇ ਹਾਂ ਤਾਂ ਸਾਡੇ ਕੋਲ ਇਨਕਰੀਜ਼ਡ ਲਰਨਿੰਗ ਦੀ ਜਿਹੜੀ ਫੈਕਟਰਸ ਆ ਉਹ ਵੱਧ ਜਾਂਦੇ ਆ, ਮੋਰ ਕ੍ਰੀਏਟੀਵਿਟੀ ਆਉਂਦੀ ਹੈ ਕਿਉਂਕਿ ਸਾਡੇ ਕੋਲ ਜਦੋਂ ਬ੍ਰੇਨ ਸਟੋਰਮਿੰਗ ਹੋਣੀ ਹੈ, ਬ੍ਰੇਨ ਸਟੋਰਮਿੰਗ ਦੇ ਨਾਲ ਸਾਡੇ ਕੋਲ ਇੱਕ ਅੱਛੇ ਵਿਚਾਰ ਆਣੇ, ਯੂਜ਼ੂਅਲ ਆਈਡੀਆਜ਼ ਵੀ ਆਣੇ, ਅਨਯੂਜ਼ੂਅਲ ਵੀ ਆਣੇ। ਜਿਹੜੇ ਅਸੀਂ ਯੂਜ਼ੂਅਲ ਆਈਡੀਆਜ਼ ਹੈ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਇਨਵੋਲਵ ਕਰਕੇ ਆਪਣਾ ਸਿਸਟਮ ਨੂੰ ਵਧੀਆ ਕਰਨਾ, ਇੰਪਰੂਵ ਕਰਨਾ। ਔਰ ਇਹ ਸਾਡੇ ਕੋਲ ਆਏ ਨਾ ਟ੍ਰੇਨਿੰਗ, ਪਰਫੋਰਮੈਂਸ, ਇਨਹਾਂਸਡ ਲੀਡਰਸ਼ਿਪ, ਮੋਰ ਅਡੈਪਟੇਬਲ ਟੂ ਚੇਂਜ। ਐਗਰੀਵਿਲਨੈਸ, ਬੈਟਰ ਲਾਈਕਡ, ਮੋਰ ਕੰਪਲੇਂਟ ਐਂਡ ਕਨਫਰਮਿੰਗ। ਔਰ ਇਹ ਤੋਂ ਬਾਅਦ ਕੀ ਹੋਏਗਾ ਸਾਡੇ ਕੋਲ, ਹਾਇਰ ਪਰਫੋਰਮੈਂਸ, ਲੋਅਰ ਲੈਵਲ ਆਫ ਡੇਵਿਐਂਟ ਬਿਹੇਵੀਅਰ। ਲਾਸਟ ਦੇ ਵਿੱਚ ਆਉਂਦਾ ਕਿ ਸਾਡੇ ਕੋਲ ਕੌਨਸਟੀਟਿਊਐਂਟਨੈਸ ਹੈ, ਗ੍ਰੇਟਰ ਇਫੈਕਟ ਐਂਡ ਪ੍ਰੀਸਾਈਜ਼ਨੈਸ, ਮੋਰ ਡਰਾਈਵ ਐਂਡ ਡਿਸਿਪਲਿਨ, ਬੈਟਰ ਆਰਗੇਨਾਈਜ਼ਡ ਐਂਡ ਪਲਾਨਿੰਗ। ਮੀਨਸ ਕਿ ਸਾਡੇ ਕੋਲ ਜਦੋਂ ਅਸੀਂ ਕੇਅਰਿੰਗ ਭਾਵ ਦੇ ਨਾਲ ਕੰਮ ਕਰਦੇ, ਕਿਸੇ ਦਾ ਅਸੀਂ ਧਿਆਨ ਰੱਖਦੇ ਹਾਂ ਤਾਂ ਉਸ ਅਸੀਂ ਕਿੱਥੇ ਤੱਕ ਰੱਖਣਾ ਹੈ ਕਿ ਸਾਡੇ ਕੋਲ ਗ੍ਰੇਟ ਐਫਰਟ ਐਂਡ ਪਰਸਿਸਟੈਂਸ ਮਿਲਦੀ ਹੈ, ਮੋਰ ਡਰਾਈਵ ਐਂਡ ਡਿਸਿਪਲਿਨ, ਅਸੀਂ ਡਿਸਿਪਲਿਨਡ ਵੀ ਰਹਿੰਦੇ ਹਾਂ ਔਰ ਕਿਤੇ ਨਾ ਕਿਤੇ ਸਾਡਾ ਧਿਆਨ ਜ਼ਿਆਦਾ ਰੱਖਦੇ ਹਾਂ ਤਾਂ ਉਹਦੀ ਵੀ ਪ੍ਰੋਬਲਮ ਹੈ, ਪਰ ਅਸੀਂ ਧਿਆਨ ਲਿਮਟਿਡ ਸਾਈਡ ਦੇ ਵਿੱਚ ਇੱਕ ਨੋਰਮਲ ਔਰ ਨਿਊਟਰਲਾਈਜ਼ਡ ਵੇ ਦੇ ਨਾਲ ਰੱਖਣਾ ਸੋ ਡੈਟ ਕਿ ਸਾਡੇ ਕੋਲ ਇੱਕ ਨਿਊਟਰਲਿਟੀ ਬਣੀ ਰਹੇ ਬੀਇੰਗ ਅ ਮੈਨੇਜਰ। ਔਰ ਇਹਦੇ ਵਿੱਚ ਹਾਇਰ ਪਰਫੋਰਮੈਂਸ ਹੈ, ਇਨਹਾਂਸਡ ਲੀਡਰਸ਼ਿਪ ਹੈ ਔਰ ਗ੍ਰੇਟਰ ਡਿਵੈਲਿਟੀ ਹੈ, ਜਿਹਦੇ ਕਰਕੇ ਅਸੀਂ ਇੱਕ ਅੱਛੇ ਮੈਨੇਜਰ ਬਣ ਸਕਦੇ ਹਾਂ। ਔਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਖਾਸ ਧਿਆਨ ਕੰਮ ਕਰਨਾ ਵੀ ਇਹ ਅਸੀਂ ਕਿੰਨੇ ਲੈਵਲ 'ਤੇ ਕਿੰਨੀ ਮਾਤਰਾ ਤੱਕ ਇਹਨਾਂ ਨੂੰ ਸੰਭਾਲ ਕੇ ਰੱਖਣਾ, ਔਰ ਇਹਦਾ ਸਾਡੇ ਚੀਜ਼ਾਂ ਦੇ ਉੱਤੇ ਜੇ ਅਸੀਂ ਬੈਟਰ ਕੰਮ ਕੀਤਾ ਤਾਂ ਉਹ ਸਾਡੇ ਕੋਲ ਇੱਕ ਅੱਛੇ ਆਊਟਕਮਸ ਲੈ ਕੇ ਆਉਣਗੇ। ਉਹ ਜਿਹੜੇ ਆਊਟਕਮਸ ਹੈ ਇਹ ਤੁਹਾਡੇ ਕੋਲ ਇਸ ਸੈਕਟਰ ਦੇ ਉੱਤੇ ਮੈਂ ਡਿਫਾਈਨ ਕੀਤੇ ਹੈ। ਔਰ ਅਗੇਨ ਥੈਂਕਸ ਅ ਲੋਟ ਫॉर ਲਿਸਨਿੰਗ ਦਿਸ ਲੈਕਚਰ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇੱਕ ਨਵਾਂ ਪਹਿਲੂ ਸਿੱਖਿਆ ਹੋਏਗਾ ਕਿ ਕਿਵੇਂ ਅਸੀਂ ਮੈਨੇਜਰ ਦੇ ਤੌਰ ਦੇ ਉੱਤੇ ਇੰਡਸਟਰੀ ਦੇ ਵਿੱਚ ਕੰਮ ਕਰਨਾ, ਉਹਨੂੰ ਸਸਟੇਨ ਲੈ ਕੇ ਜਾਣਾ, ਔਰ ਪਰਸਨੈਲਿਟੀ ਨੂੰ ਅਸੀਂ ਕਿਵੇਂ ਵਿਊ ਕਰਨਾ, ਕਿਹੜੇ ਕਾਰਨਾਂ ਦੇ ਕਰਕੇ ਇੱਕ ਅੱਛੀ ਪਰਸਨੈਲਿਟੀ ਬਣਦੀ ਹੈ ਔਰ ਕਿਹੜੇ ਫੈਕਟਰਸ ਹੈ ਜਿਹਦੇ ਨਾਲ ਇੱਕ ਅੱਛੀ ਪਰਸਨੈਲਿਟੀ ਗਰੋ ਹੁੰਦੀ ਹੈ। ਪਰਸਨਲ ਫੈਕਟਰਸ ਵੀ ਹੈ, ਸਾਈਕੋਲੋਜੀਕਲ ਫੈਕਟਰਸ ਵੀ ਹੈ, ਸੋਸ਼ਲ ਫੈਕਟਰਸ ਵੀ ਆ, ਉਹਦੇ ਫੈਮਿਲੀ ਫੈਕਟਰਸ ਵੀ ਰਹਿੰਦੇ ਨੇ। ਅਗੇਨ ਥੈਂਕਸ ਅ ਲੋਟ ਫॉर ਲਿਸਨਿੰਗ। ਅਗਲੇ ਲੈਕਚਰ ਦੇ ਵਿੱਚ ਫਿਰ ਨਵੇਂ ਟੌਪਿਕ ਦੇ ਨਾਲ PTU ਦਾ ਜੋ ਅਗਲਾ ਟੌਪਿਕ ਹੈ ਉਸ ਦੇ ਹਿਸਾਬ ਦੇ ਨਾਲ ਫਿਰ ਆਪਾਂ ਗੱਲ ਕਰਾਂਗੇ। ਥੈਂਕਸ ਅ ਲੋਟ, ਹੈਵ ਅ ਨਾਈਸ ਡੇ।